ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਪੰਜਾਬੀ ਦੇ ਵਿੱਚ ਅਗਲੀ ਕਹਾਣੀ ਲੈ ਕੇ ਆਏ ਹਾਂ, ਪਰਦੇਸ ਨੂੰ ਨਾ ਤੋਰੀ ਬਾਬਲਾ। ਇਹ ਕਹਾਣੀ ਆਧਾਰਿਤ ਹੈ ਇੱਕ ਲੜਕੀ ਰਾਣੀ ਦੇ ਉੱਪਰ, ਜਿਸ ਦੇ ਮਾਪਿਓ ਦੀ ਵੀ ਰੀਝ ਹੈ। ਹਰ ਮਾਪਿਓ ਦੀ ਇੱਛਾ ਹੁੰਦੀ ਹੈ ਕਿ ਸਾਡਾ ਜੋ ਬੱਚਾ ਹੈ ਜਾਂ ਬੱਚੀ ਹੈ ਉਹ ਬਾਹਰਲੇ ਮੁਲਕ ਦੇ ਵਿੱਚ ਜਾਵੇ। ਸੋ ਰਾਣੀ ਦੇ ਮਾਪਿਓ ਵੀ ਇਹੀ ਸੋਚਦੇ ਹਨ ਕਿ ਰਾਣੀ ਪੜ੍ਹੀ ਲਿਖੀ ਹੈ, ਉਹ ਬਾਹਰਲੇ ਮੁਲਕ 'ਚ ਕਿਸੇ ਨਾ ਕਿਸੇ ਤਰ੍ਹਾਂ ਚਲੀ ਜਾਵੇ ਜਾਂ ਉਸ ਦਾ ਵਿਆਹ ਉਸ ਤਰਫ ਹੋ ਜਾਵੇ। ਤੇ ਉਹਦੇ ਜਾਣ ਕਰਕੇ ਅਸੀਂ ਯਾਨੀ ਕਿ ਉਸਦੇ ਮਾਪਿਓ ਜਾਂ ਉਹਦੇ ਪਰਿਵਾਰਕ ਕੋਈ ਹੋਰ ਮੈਂਬਰ, ਉਹਦੇ ਭੈਣ ਜਾਂ ਭਰਾ ਵੀ ਉੱਥੇ ਸੈਟਲ ਹੋ ਜਾਣਗੇ। ਠੀਕ ਹੈ। ਸੋ ਬਾਹਰਲੇ ਮੁਲਕਾਂ ਦੇ ਵਿੱਚ ਭੇਜਣ ਦੇ ਚੱਕਰ ਦੇ ਵਿੱਚ ਕਈ ਵਾਰ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਾਂ। ਠੀਕ ਹੈ। ਜਾਂ ਮਤਲਬ ਆਪਣੀ ਵੱਡੀ ਉਮਰ ਦੇ ਕਿਸੇ ਲੜਕੇ ਨਾਲ ਉਹਦਾ ਵਿਆਹ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਸਾਰੀ ਕਹਾਣੀ ਇਸੇ ਆਲੇ ਦੁਆਲੇ ਘੁੰਮਦੀ ਹੈ। ਆਓ ਇਸ ਕਹਾਣੀ ਨੂੰ ਆਪਾਂ ਪਾਠ ਰਾਹੀਂ ਸਮਝਣ ਦਾ ਯਤਨ ਕਰੀਏ। ਸੋ ਪਰਦੇਸ ਨੂੰ ਨਾ ਤੋਰੀ ਬਾਬਲਾ ਕਹਾਣੀ ਦੇ ਆਧਾਰ 'ਤੇ ਕਹਾਣੀਕਾਰ ਆਪਣੀ ਕਹਾਣੀ ਬਿਆਨ ਕਰਦਾ ਹੈ ਕਿ ਉਹ ਉਹਨਾਂ ਮਾਪਿਆਂ ਦੇ ਵਿੱਚੋਂ ਹੈ ਜਿਹੜਾ ਆਪਣੇ ਬੱਚਿਆਂ ਨੂੰ ਪ੍ਰਦੇਸ਼ ਭੇਜ ਕੇ ਆਪਣੇ ਪਰਿਵਾਰ ਨੂੰ ਆਰਥਿਕ ਪੱਖੋਂ ਖੁਸ਼ਹਾਲ ਵੇਖਣ ਦਾ ਚਾਹਵਾਨ ਹੈ, ਇੱਛੁਕ ਹੈ। ਕਹਾਣੀਕਾਰ ਦੀ ਜੋ ਧੀ ਹੈ ਰਾਣੀ, ਉਸ ਦੀ ਜੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਉਹ MA ਤੋਂ ਬਾਅਦ B.Ed ਕਰ ਚੁੱਕੀ ਹੈ, ਯਾਨੀ ਕਿ MA B.Ed ਹੈ। ਆਪਣੇ ਦੇਸ਼ ਵਿੱਚ ਪੜ੍ਹੀਆਂ ਲਿਖੀਆਂ ਕੁੜੀਆਂ ਦੀ ਬੇਰੁਜ਼ਗਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਹਾਣੀਕਾਰ ਦੀ ਪਤਨੀ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਉਹ ਵੀ ਆਪਣੀ ਧੀ ਰਾਣੀ ਲਈ ਕੋਈ ਵਿਦੇਸ਼ ਗਿਆ ਮੁੰਡਾ ਲੱਭ ਕੇ ਉਸ ਨੂੰ ਬਾਹਰ ਭੇਜ ਦੇਣ। ਯਾਨੀ ਕਿ ਉਹ ਚਾਹੁੰਦੇ ਸੀ ਕਿ ਵਿਦੇਸ਼ੀ ਮੁੰਡਾ ਮਿਲ ਜਾਵੇ ਤਾਂ ਕਿ ਅਸੀਂ ਆਪਣੀ ਲੜਕੀ ਦਾ ਵਿਆਹ ਕਰ ਦਈਏ ਉਸ ਨਾਲ ਅਤੇ ਉਹ ਵੀ ਬਾਹਰ ਜਾ ਕੇ ਸੈਟਲ ਹੋ ਜਾਵੇ। ਪਰ ਅਕਸਰ ਉਹ ਖਬਰਾਂ ਪੜ੍ਹਦੇ ਸੁਣਦੇ ਸਨ ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਵੀ ਕੁੜੀਆਂ ਬੇਰੁਜ਼ਗਾਰ ਹਨ। ਸਰਕਾਰ ਤੋਂ ਨੌਕਰੀ ਦੀ ਮੰਗ ਕਰਨ ਸਮੇਂ ਉਹਨਾਂ ਨੂੰ ਪੁਲਿਸ ਦੀਆਂ ਵਧੀਕੀਆਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਸੋ ਕਈ ਵਾਰ ਉਹ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਜਾਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਲੈਂਦੀਆਂ ਹਨ। ਸੋ ਕਹਾਣੀਕਾਰ ਦੀ ਪਤਨੀ ਇਸੇ ਲਈ ਉਸ ਨੂੰ ਕਹਿੰਦੀ ਹੈ ਕਿ ਉਹ ਕੁੜੀ ਨੂੰ ਇੰਨਾ ਨਾ ਪੜ੍ਹਾਵੇ ਲਿਖਾਵੇ ਕਿ ਉਸ ਤੋਂ ਹੱਥ ਹੀ ਧੋ ਬੈਠੀਏ। ਸੋ ਕਹਾਣੀਕਾਰ ਆਪਣੀ ਪਤਨੀ ਦੀ ਗੱਲ ਨੂੰ ਸਮਝਦਾ ਹੈ ਤੇ ਉਹ ਆਪਣੀ ਧੀ ਨੂੰ ਵਿਦੇਸ਼ ਭੇਜਣ ਦਾ ਮਨ ਬਣਾ ਲੈਂਦਾ ਹੈ। ਉਹ ਸੋਚਦਾ ਸੀ ਕਿ ਉਸ ਦੀ ਬਹੁਤ ਖੂਬਸੂਰਤ ਅਤੇ ਪੜ੍ਹੀ ਲਿਖੀ ਧੀ ਨੂੰ ਵਿਦੇਸ਼ ਲੈ ਜਾਣ ਤੋਂ ਕੋਈ ਵੀ ਨਾ ਨਹੀਂ ਕਰੇਗਾ। ਸੋ ਉਸ ਦੀ ਧੀ ਅਤੇ ਦਾਜ ਨੂੰ ਦੇਖ ਕੇ ਕੋਈ ਵੀ ਇਹ ਰਿਸ਼ਤਾ ਨਹੀਂ ਛੱਡੇਗਾ। ਕਹਾਣੀਕਾਰ ਅਤੇ ਉਸ ਦੀ ਪਤਨੀ ਦਾ ਵਿਚਾਰ ਸੀ ਕਿ ਕੁੜੀ ਨੂੰ ਵਿਦੇਸ਼ ਭੇਜ ਕੇ ਹੀ ਸਮਾਜ ਵਿੱਚ ਉਹਨਾਂ ਦੀ ਸ਼ਾਨੋ ਸ਼ੌਕਤ ਬਣੇਗੀ। ਅਕਸਰ ਮਾਂ ਪਿਓ ਦਾ ਮਤਲਬ ਹੁੰਦਾ ਹੈ ਕਿ ਕਿਸੇ ਦਾ ਕੋਈ ਧੀ ਪੁੱਤਰ ਬਾਹਰ ਜਾਵੇ ਤਾਂ ਉਹਨਾਂ ਨੂੰ ਇਹ ਰਹਿੰਦਾ ਕਿ ਮੇਰਾ ਬੇਟਾ ਜਾਂ ਬੇਟੀ ਤਾਂ ਬਾਹਰਲੇ ਮੁਲਕ ਰਹਿੰਦੇ ਹਨ, ਉਹਨਾਂ ਦੇ ਵਿੱਚ ਹੀ ਉਹਨਾਂ ਦੀ ਸ਼ਾਨ ਹੁੰਦੀ ਹੈ। ਅਤੇ ਜਦੋਂ ਵੀ ਕੋਈ ਮੁੰਡਾ ਵਿਦੇਸ਼ ਤੋਂ ਆਉਂਦਾ ਹੈ ਤਾਂ ਉਹਨਾਂ ਨਾਲ ਰਿਸ਼ਤੇਦਾਰੀ ਕੱਢ ਉਹ ਉਹਨਾਂ ਦੇ ਅੱਗੇ ਪਿੱਛੇ ਫਿਰਦਾ ਰਹਿੰਦਾ ਹੈ। ਉਹ ਕੁੜੀ ਨੂੰ ਵਿਦੇਸ਼ ਭੇਜ ਕੇ ਆਪ ਸਾਰਾ ਟੱਬਰ ਵੀ ਵਿਦੇਸ਼ ਚਲੇ ਜਾਣ ਦੇ ਲਾਲਚ ਵਿੱਚ ਹੀ ਰਹਿੰਦਾ ਹੈ। ਯਾਨੀ ਕਿ ਰਾਣੀ ਦੇ ਮਾਤਾ ਪਿਤਾ ਨੂੰ ਵੀ ਉਹੀ ਇੱਛਾ ਹੁੰਦੀ ਹੈ ਕਿ ਸਾਡੀ ਕੁੜੀ ਅਗਰ ਵਿਦੇਸ਼ ਵਿੱਚ ਵਿਆਹੀ ਜਾਵੇ, ਉੱਥੇ ਸੈੱਟ ਹੋ ਜਾਵੇ ਤਾਂ ਸਾਡਾ ਬਾਕੀ ਪਰਿਵਾਰ ਵੀ ਉੱਥੇ ਉਹਦੀ ਬਦੌਲਤ ਸੈੱਟ ਹੋ ਜਾਵੇਗਾ। ਸੋ ਕਹਾਣੀਕਾਰ ਅਜਿਹੇ ਲੋਕਾਂ ਦੀ ਪਛਾਣ ਕਰਨ ਲੱਗਾ, ਅਜਿਹੇ ਲੋਕਾਂ ਦੀ ਭਾਲ ਕਰਨ ਲੱਗਾ ਜਿਨ੍ਹਾਂ ਦੇ ਪੁੱਤਰ ਜਾਂ ਰਿਸ਼ਤੇਦਾਰ ਵਿਦੇਸ਼ ਵਿੱਚ ਸੈਟਲ ਹਨ, ਵਿਦੇਸ਼ ਵਿੱਚ ਗਏ ਹੋਏ ਹਨ। ਉਹ ਉਹਨਾਂ ਨੂੰ ਮਿੱਤਰ ਬਣਾਉਣ ਦਾ ਯਤਨ ਕਰਦਾ, ਉਹਨਾਂ ਦੇ ਅਣਚਾਹੇ ਕੰਮ ਵੀ ਕਰਦਾ, ਉਹਨਾਂ ਦੀ ਚਾਪਲੂਸੀ ਵੀ ਕਰਦਾ। ਕਹਾਣੀਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਸੀ ਕਿਉਂਕਿ ਉਸ ਦੀ ਸੰਗ ਹੀ ਲੱਥ ਗਈ ਸੀ। ਬਸ ਉਹਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਇੱਕੋ ਗੱਲ ਸੀ ਕਿ ਮੇਰੀ ਧੀ ਰਾਣੀ ਦਾ ਕਿਸੇ ਵਿਦੇਸ਼ ਗਏ ਮੁੰਡੇ ਨਾਲ ਵਿਆਹ ਹੋ ਜਾਵੇ ਤਾਂ ਅਸੀਂ ਵੀ ਉੱਥੇ ਸੈੱਟ ਹੋ ਜਾਈਏ। ਉਹ ਉਹਨਾਂ ਲੋਕਾਂ ਜਾਂ ਆਂਢ ਗੁਆਂਢ ਦੀ ਤਾਬਿਆਦਾਰੀ ਵੀ ਕਰਦਾ ਜਿਨ੍ਹਾਂ ਦਾ ਉਸਨੇ ਕਦੇ ਮੂੰਹ ਤੱਕ ਵੀ ਨਹੀਂ ਦੇਖਿਆ ਹੁੰਦਾ। ਕਹਾਣੀਕਾਰ ਦੇ ਪਰਿਵਾਰ ਦੇ ਦਿਮਾਗ ਵਿੱਚ ਇਹੀ ਵਿਚਾਰ ਕਰ ਗਏ ਸੀ ਕਿ ਕਦੋਂ ਉਹਨਾਂ ਦੀ ਰਾਣੀ ਵਿਦੇਸ਼ ਜਾਣ ਲਈ ਜਹਾਜ਼ ਚੜ੍ਹੇ ਅਤੇ ਫਿਰ ਉਹ ਵੀ ਦਿਨਾਂ ਮਹੀਨਿਆਂ ਲਈ ਆਪਣੇ ਕਾਗਜ਼ ਪੱਤਰ ਬਣਵਾ ਕੇ ਜਹਾਜ਼ ਦਾ ਝੂਟਾ ਲੈਣ ਅਤੇ ਵਿਦੇਸ਼ ਸੈੱਟ ਹੋ ਜਾਣ। ਸੋ ਉਹ ਸਮਾਂ ਵੀ ਆ ਗਿਆ ਕਿ ਇੱਕ ਮੁੰਡਾ ਵਿਆਹ ਕਰਾਉਣ ਲਈ ਕੈਨੇਡਾ ਤੋਂ ਪੰਜਾਬ ਵਿੱਚ ਆਇਆ। ਸੋ ਕਹਾਣੀਕਾਰ ਆਪਣੇ ਕਿਸੇ ਅਜ਼ੀਜ਼ ਮਿੱਤਰ ਨਾਲ ਉਹਨਾਂ ਦੇ ਘਰ ਪਹੁੰਚ ਗਿਆ। ਕਾਕਾ ਜੀ ਨੂੰ ਦੇਖ ਕੇ ਉਹਦਾ ਮਨ ਕੱਚਾ ਜਿਹਾ ਹੋ ਗਿਆ ਕਿਉਂਕਿ ਮੁੰਡੇ ਦੀ ਉਮਰ ਲਗਭਗ 40 ਕੁ ਵਰ੍ਹਿਆਂ ਦੀ ਸੀ। ਉਸ ਨੂੰ ਦੇਖ ਕੇ ਕਹਾਣੀਕਾਰ ਤਾਂ ਚੁੱਪ ਹੀ ਰਹਿ ਗਿਆ। ਪਰ ਕਹਾਣੀਕਾਰ ਦਾ ਮਿੱਤਰ ਜੋ ਸੀ ਉਸਨੇ ਮੁੰਡੇ ਦੇ ਘਰ ਵਾਲਿਆਂ ਨਾਲ ਕਹਾਣੀਕਾਰ ਦੇ ਘਰ ਦੀ ਅਤੇ ਉਸਦੀ ਕੁੜੀ ਦੀ ਵਡਿਆਈ ਕੀਤੀ। ਠੀਕ ਹੈ। ਅਤੇ ਸੌਦਾ ਪੱਕਾ ਤੈਅ ਕਰ ਲਿੱਤਾ। ਕਹਾਣੀਕਾਰ ਨੇ ਉਸ ਨੂੰ ਇੱਕ ਪਾਸੇ ਲਿਜਾ ਕੇ ਕੁੜੀ ਦੇ ਮੁੰਡੇ ਦੀ ਉਮਰ
ਦੇ ਜ਼ਮੀਨ ਆਸਮਾਨ ਦੇ ਫ਼ਰਕ ਬਾਰੇ ਦੱਸਿਆ ਕਿ ਮੁੰਡਾ ਤਾਂ ਇੰਨੀ ਉਮਰ ਦਾ ਹੈ, ਲਗਭਗ 40 ਪਲੱਸ ਦਾ ਹੈ ਜਾਂ 40 ਸਾਲ ਦਾ ਹੈ, ਮੇਰੀ ਕੁੜੀ ਤੋਂ ਬਹੁਤ ਵੱਡਾ ਹੈ। ਪਰ ਉਸਨੇ ਕਹਾਣੀਕਾਰ ਨੂੰ ਸਮਝਾਇਆ, ਯਾਨੀ ਕਿ ਕਹਾਣੀਕਾਰ ਦੇ ਮਿੱਤਰ ਨੇ ਕਹਾਣੀਕਾਰ ਨੂੰ ਸਮਝਾਇਆ ਕਿ ਇਹ ਅਜਿਹਾ ਜੋ ਹੈ ਅੱਜ ਕੱਲ੍ਹ ਚੱਲਦਾ ਰਹਿੰਦਾ ਹੈ। ਠੀਕ ਹੈ, ਅੱਜ ਕੱਲ੍ਹ 45 ਸਾਲਾਂ ਦੀ ਉਮਰ ਕੋਈ ਵੱਡੀ ਉਮਰ ਨਹੀਂ ਹੈ ਅਤੇ ਪ੍ਰਦੇਸ਼ ਗਏ ਮੁੰਡਿਆਂ ਦੀ ਉਮਰਾਂ ਤਾਂ ਇਸੇ ਤਰ੍ਹਾਂ ਹੀ ਲੰਘ ਜਾਂਦੀਆਂ ਹਨ। ਸੋ ਡਰਨ ਘਬਰਾਉਣ ਦੀ ਲੋੜ ਨਹੀਂ। ਸੋ ਮਿੱਤਰ ਦੇ ਜ਼ੋਰ ਪਾਉਣ 'ਤੇ ਕਹਾਣੀਕਾਰ ਨੇ ਮੁੰਡੇ ਵਾਲਿਆਂ ਨਾਲ ਗੱਲ ਪੱਕੀ ਕਰ ਲਈ, ਪਰ ਉਹਨੇ ਵਿੱਚ ਉਮਰ ਦਾ ਚੱਕਰ ਪਾ ਦਿੱਤਾ ਸੀ। ਉਹ ਕਹਾਣੀਕਾਰ ਨੂੰ ਕਹਿੰਦਾ ਹੈ ਕਿ ਸਾਰੀਆਂ ਗੱਲਾਂ ਮੇਲ ਨਹੀਂ ਖਾਂਦੀਆਂ, ਇਸ ਲਈ ਉਹ ਨਾ ਕਰੇ। ਉਸਦੇ ਦਬਾਅ ਕਾਰਨ ਹੀ ਕਹਾਣੀਕਾਰ ਵੈਸੇ ਕੁਝ ਨਾ ਬੋਲਿਆ। ਸੋ ਕਹਾਣੀਕਾਰ ਦੇ ਦੋਸਤ ਨੇ ਮੁੰਡੇ ਵਾਲਿਆਂ ਨੂੰ ਕਹਾਣੀਕਾਰ ਦੇ ਘਰ ਆਉਣ ਦਾ ਸੱਦਾ ਦੇ ਦਿੱਤਾ। ਸ਼ਾਮ ਨੂੰ ਕਹਾਣੀਕਾਰ ਨੇ ਆਪਣੀ ਪਤਨੀ ਨੂੰ ਵੀ ਦੱਸ ਦਿੱਤਾ ਕਿ ਮੁੰਡੇ ਦੀ ਉਮਰ ਲਗਭਗ 45-50 ਸਾਲ ਤੱਕ ਹੈ, ਇਸ ਲਈ ਉਹ ਗੱਲ ਨੂੰ ਇੱਥੇ ਹੀ ਠੱਪ ਕਰ ਦੇਣ। ਉਹਨਾਂ ਨੂੰ ਹੋਰ ਬਹੁਤ ਮੁੰਡੇ ਮਿਲ ਜਾਣਗੇ। ਪਰ ਕਹਾਣੀਕਾਰ ਦੀ ਪਤਨੀ ਦਾ ਜਵਾਬ ਸੀ ਕਿ ਬਾਹਰ ਗਏ ਮੁੰਡਿਆਂ ਦੀ ਉਮਰਾਂ ਤਾਂ ਤੁਰਦੇ ਫਿਰਦੇ ਲੰਘ ਹੀ ਜਾਂਦੀਆਂ ਹਨ। ਸੋ ਕਹਿੰਦੀ ਹੈ ਕਿ ਇਸ ਦੀਵਾਲੀ ਨੂੰ ਉਹਨਾਂ ਦੀ ਧੀ ਰਾਣੀ ਦੀ ਵੀ ਉਮਰ 25 ਸਾਲਾਂ ਦੀ ਹੋ ਜਾਵੇਗੀ। ਸੋ ਕੋਈ ਦਿੱਕਤ ਨਹੀਂ, ਇਹ ਰਿਸ਼ਤਾ ਸਿਰੇ ਚੜ੍ਹ ਜਾਣ ਦਿਓ। ਕਹਾਣੀਕਾਰ ਨੇ ਆਪਣੀ ਪਤਨੀ ਨੂੰ ਬਹੁਤ ਸਮਝਾਇਆ, ਪਰ ਉਸ ਦੀ ਪਤਨੀ ਨੇ ਕਿਹਾ ਕਿ 25-50 ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਠੀਕ ਹੈ, ਸੋ ਆਪਣੀ ਲੜਕੀ ਬਾਹਰ ਜਾਏਗੀ, ਸੈਟਲ ਹੋ ਜਾਵੇਗੀ, ਤਾਂ ਇਹਦੇ ਵਰਗੀ ਕੀ ਰੀਸ ਹੈ। ਸੋ ਕੈਨੇਡਾ ਤੋਂ ਆਇਆ ਪਰਦੇਸੀ ਮੁੰਡਾ ਆਪਣੀ ਮਾਂ ਨਾਲ ਕਹਾਣੀਕਾਰ ਦੇ ਘਰ ਆਉਂਦਾ ਹੈ। ਕਹਾਣੀਕਾਰ ਦਾ ਦੋਸਤ ਕਹਾਣੀਕਾਰ ਅਤੇ ਉਸਦੀ ਪਤਨੀ ਉਹਨਾਂ ਕੋਲ ਬੈਠ ਜਾਂਦੇ ਹਨ, ਗੱਲਾਂ ਬਾਤਾਂ ਕਰਦੇ ਹਨ। ਰਾਣੀ ਦੀ ਇੱਕ ਸਹੇਲੀ ਕੁੱਕੀ ਨੇ ਕਹਾਣੀਕਾਰ ਨੂੰ ਅੰਦਰ ਬੁਲਾਇਆ। ਰਾਣੀ ਨੇ ਰੋਂਦੀ ਆਵਾਜ਼ ਵਿੱਚ ਆਪਣੇ ਡੈਡੀ ਨੂੰ ਇਹ ਕਿਹਾ ਕਿ ਉਸਨੇ ਬਾਹਰ ਨਹੀਂ ਜਾਣਾ, ਕਿਉਂਕਿ ਉਹਨੇ ਅੱਜ ਦੀ ਅਖਬਾਰ ਵੀ ਉਸ ਨੂੰ ਪੜ੍ਹਨ ਲਈ ਕਿਹਾ ਕਿ ਇਸ ਵਿੱਚ ਇਹ ਖਬਰ ਛਪੀ ਸੀ ਕਿ ਕਿਸੇ ਮੁੰਡੇ ਨੇ ਕੁੜੀ ਨੂੰ ਕੈਨੇਡਾ ਲੈ ਜਾਣ ਦੇ ਬਹਾਨੇ ਨਾਲ 5 ਲੱਖ ਰੁਪਏ ਦਾਜ ਵਿੱਚ ਲੈ ਕੇ ਉਸ ਨਾਲ ਵਿਆਹ ਕਰਵਾ ਲਿਆ, ਪਰ 4 ਸਾਲਾਂ ਤੱਕ ਵੀ ਉਹ ਵਾਪਸ ਨਹੀਂ ਮੁੜਿਆ। ਸੋ ਕੁੜੀ ਦੇ ਉਹਦੇ ਮਾਪੇ ਉਸ ਨੂੰ ਉਡੀਕਦੇ ਰਹੇ। ਕਹਾਣੀਕਾਰ ਨੇ ਕਿਹਾ ਕਿ ਖਬਰਾਂ ਤਾਂ ਭਾਵੇਂ ਠੀਕ ਹਨ, ਪਰ ਹਰ ਮੁੰਡਾ ਇਸ ਤਰ੍ਹਾਂ ਦਾ ਨਹੀਂ ਹੁੰਦਾ। ਪਰ ਇਸ ਦੇ ਬਾਵਜੂਦ ਕਹਾਣੀਕਾਰ ਦੀ ਧੀ ਰਾਣੀ ਦੀ ਪੱਕੀ ਜਿੱਦ ਸੀ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦੀ। ਉਹ ਕਹਿੰਦੀ ਹੈ ਕਿ ਮੁੰਡੇ ਵਾਲਿਆਂ ਨੂੰ ਨਾ ਕਰ ਦਿੱਤੀ ਜਾਵੇ। ਕਹਾਣੀਕਾਰ ਭਾਵੇਂ ਆਪਣੀ ਧੀ ਨਾਲ ਸਹਿਮਤ ਸੀ, ਪਰ ਉਸਨੇ ਉੱਪਰੋਂ ਮਨੋਂ ਮੁੰਡੇ ਵਾਲਿਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਬੰਦੇ ਬਹੁਤ ਚੰਗੇ ਹਨ ਅਤੇ ਧੀ ਉਹਨਾਂ ਦੀ ਉੱਥੇ ਮੌਜਾਂ ਕਰੇਗੀ। ਪਰ ਰਾਣੀ ਨੇ ਲਾਲ ਅੱਖਾਂ ਕੱਢਦਿਆਂ ਕਿਹਾ ਕਿ ਸਾਰੇ ਟੱਬਰ ਦੇ ਵਿਦੇਸ਼ ਜਾਣ ਦੇ ਲਾਲਚ ਵਿੱਚ ਉਸਨੂੰ ਇੱਕ ਟੂਲ ਬਣਨਾ ਪੈ ਰਿਹਾ ਹੈ। ਠੀਕ ਹੈ, ਅਤੇ ਉਸਦਾ ਵਿਆਹ ਇੱਕ ਬੁੱਢੇ ਦੇ ਨਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਕਹਿੰਦੀ ਹੈ ਉਹ ਕਿਸੇ ਖੂਹ ਟੋਬੇ ਵਿੱਚ ਆਤਮ ਹੱਤਿਆ ਕਰ ਲਵੇਗੀ। ਇਹ ਗੱਲ ਸੁਣ ਕੇ ਕਹਾਣੀਕਾਰ ਜਿਵੇਂ ਪੱਥਰ ਬਣ ਕੇ ਰਹਿ ਗਿਆ। ਉਸਨੂੰ ਆਪਣੇ ਇੱਕ ਮਾਸਟਰ ਦੋਸਤ ਦੀ ਕੁੜੀ ਵੀ ਯਾਦ ਆਈ ਕਿ ਜਿਸ ਨੇ ਕੈਨੇਡਾ ਰਹਿੰਦਿਆਂ ਸਹੁਰਿਆਂ ਤੋਂ ਤੰਗ ਆ ਕੇ ਸਮੁੰਦਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਸੋ ਕਹਾਣੀਕਾਰ ਨੇ ਆਪਣੀ ਧੀ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ ਕਿ ਉਸ ਨੂੰ ਕਦੇ ਵੀ ਬਾਹਰ ਨਹੀਂ ਭੇਜੇਗਾ। ਸੋ ਬਾਅਦ ਵਿੱਚ ਕਹਾਣੀਕਾਰ ਨੇ ਮੁੰਡੇ ਵਾਲਿਆਂ ਨਾਲ ਕੁਝ ਰਸਮੀ ਤੌਰ 'ਤੇ ਗੱਲਾਂ ਕੀਤੀਆਂ। ਜਦੋਂ ਉਹਨਾਂ ਲੜਕੀ ਦੇਖਣ ਲਈ ਕਿਹਾ ਤਾਂ ਕਹਾਣੀਕਾਰ ਆਪਣੀ ਪਤਨੀ ਅਤੇ ਦੋਸਤ ਨੂੰ ਬਾਹਰ ਲੈ ਆਇਆ ਅਤੇ ਉਹ ਇੱਕ ਕਮਰੇ ਵਿੱਚ ਬੈਠ ਗਏ ਸਨ। ਕਹਾਣੀਕਾਰ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹਨਾਂ ਨੇ ਉਸ ਨੂੰ ਜਿਹੜੀ ਤਕਲੀਫ ਦਿੱਤੀ ਉਸ ਲਈ ਉਹ ਮਾफ़ੀ ਚਾਹੁੰਦਾ ਹੈ, ਪਰ ਉਹਨਾਂ ਦੀ ਧੀ ਦਾ ਕਹਿਣਾ ਹੈ ਕਿ ਉਹ ਇਸ ਬੁੱਢੇ ਨਾਲ ਕਦੇ ਵੀ ਵਿਆਹ ਨਹੀਂ ਕਰਵਾਏਗੀ। ਅਗਰ ਇਸ ਤਰ੍ਹਾਂ ਹੋਏਗਾ ਤਾਂ ਉਹ ਖੁਦਕੁਸ਼ੀ ਕਰ ਲਏਗੀ, ਇਸ ਲਈ ਉਹਨਾਂ ਇਹ ਰਿਸ਼ਤਾ ਨਹੀਂ ਕਰਨਾ। ਕਹਾਣੀਕਾਰ ਦੀ ਪਤਨੀ ਵੀ ਉਸ ਨਾਲ ਸਹਿਮਤ ਹੋ ਜਾਂਦੀ ਹੈ। ਧੀ ਦੇ ਮਿਹਣੇ ਭਰੇ ਬੋਲ ਕਹਾਣੀਕਾਰ ਦੇ ਸੀਨੇ 'ਤੇ ਤੀਰ ਬਣ ਕੇ ਲੱਗਦੇ ਹਨ। ਹੁਣ ਕਹਾਣੀਕਾਰ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣੀ ਧੀ ਦਾ ਵਿਆਹ ਇੱਧਰ ਹੀ, ਯਾਨੀ ਕਿ ਭਾਰਤ ਇੰਡੀਆ ਦੇ ਵਿੱਚ ਹੀ ਕਰੇਗਾ। ਕਹਾਣੀਕਾਰ ਨੇ ਸੋਚਿਆ ਸੀ ਕਿ ਅਗਰ ਉਸਦੀ ਲੜਕੀ ਵਿਆਹ ਕਰਾ ਕੇ ਬਾਹਰ ਚਲੀ ਜਾਂਦੀ ਹੈ ਤਾਂ ਉਹਦੇ ਦੋਵੇਂ ਮੁੰਡੇ ਵੀ ਉੱਥੇ ਸੈਟਲ ਹੋ ਜਾਣਗੇ। ਠੀਕ ਹੈ, ਉਹਦੀ ਕਿਤੇ ਨਾ ਕਿਤੇ ਇਹ ਇੱਛਾ ਸੀ। ਉਹ ਜਾਣਦਾ ਸੀ ਕਿ ਉੱਧਰ ਕੰਮ ਕਰ ਰਹੇ ਬੰਦੇ ਦੀ ਜ਼ਿੰਦਗੀ ਸੌਖੀ ਰਹਿੰਦੀ ਹੈ, ਕਿਉਂਕਿ ਉੱਧਰ ਬੰਦੇ ਦੀ ਮਿਹਨਤ ਨੂੰ ਫਲ ਲੱਗਦਾ ਹੈ। ਉਹ ਕਹਿੰਦਾ ਹੈ ਕਿ ਉਹ ਤਾਂ ਉਹਨਾਂ ਲੋਕਾਂ ਦੀ ਰੀਸ ਕਰ ਰਹੇ ਸਨ ਜਿਨ੍ਹਾਂ ਕੋਲ ਇੱਧਰ 100-100 ਕਿੱਲੇ ਜ਼ਮੀਨ ਹੈ ਅਤੇ ਹੋਰ ਵੀ ਕੰਮ ਧੰਦੇ ਹਨ, ਪਰ ਉਹ ਫਿਰ ਵੀ ਧੀਆਂ ਨੂੰ ਬਾਹਰ ਵਿਆਹ ਦਿੰਦੇ ਹਨ। ਜਿਹੜੇ ਲੋਕ ਇੱਧਰ ਮੌਜਾਂ ਮਾਣਦੇ ਹਨ ਉਹ ਵੀ ਬਾਹਰ ਜਾ ਕੇ ਸੈੱਟ ਹੋਣ ਦੀਆਂ ਸਕੀਮਾਂ ਬਣਾਉਂਦੇ ਹਨ। ਕਹਾਣੀਕਾਰ ਦੱਸਦਾ ਹੈ ਕਿ ਠੱਗੀ ਠੋਰੀ ਦੀਆਂ ਖਬਰਾਂ ਅਖਬਾਰਾਂ ਵਿੱਚ ਆਮ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇੱਧਰਲੋਂ ਬਾਹਰ ਦੇਸ਼ਾਂ ਵਿੱਚ ਗਏ ਮੁੰਡੇ ਆਪ ਸੈੱਟ ਹੋਣ ਲਈ ਮੇਮਾਂ ਨਾਲ ਫਰਜ਼ੀ ਵਿਆਹ ਕਰ ਲੈਂਦੇ ਹਨ ਅਤੇ ਉਹਨਾਂ ਦੇ ਬੱਚੇ ਵੀ ਸੈੱਟ ਹੋ ਜਾਂਦੇ ਹਨ।
ਉਹ ਇੱਧਰ ਆ ਕੇ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਦਾਜ ਵਿੱਚ ਲੱਖਾਂ ਰੁਪਇਆ ਲੈ ਜਾਂਦੇ ਹਨ ਅਤੇ ਕੁੜੀ ਵਿਚਾਰੀ ਸਾਲਾਂ ਬੱਧੀ ਉਹਦੀ ਉਡੀਕ ਵਿੱਚ ਰਹਿੰਦੀ ਹੈ। ਕਿਸੇ ਪਾਸੇ ਕਿਸੇ ਤਰ੍ਹਾਂ ਦੀ ਕਿਸੇ ਜੋਗੀ ਨਹੀਂ ਰਹਿੰਦੀ। ਜੇਕਰ ਉਹ ਕੁੜੀ ਨੂੰ ਲੈ ਵੀ ਜਾਂਦੇ ਹਨ ਤਾਂ ਉੱਧਰ ਲਿਜਾ ਕੇ ਛੱਡ ਦਿੰਦੇ ਹਨ। ਕਹਾਣੀਕਾਰ ਕਹਿੰਦਾ ਹੈ ਕਿ ਉਸ ਦੀ ਧੀ ਨੇ ਪ੍ਰਦੇਸ਼ ਨਾ ਜਾਣ ਦੀ ਜਿੱਦ ਕਰਕੇ ਉਸ ਦੇ ਕਪਾਟ ਯਾਨੀ ਕਿ ਕੰਨ ਖੋਲ੍ਹ ਦਿੱਤੇ ਹਨ। ਉਹ ਕਹਿੰਦਾ ਹੈ ਕਿ ਉਹ ਕਦੇ ਵੀ ਆਪਣੀ ਧੀ ਨੂੰ ਹੁਣ ਪ੍ਰਦੇਸ਼ ਨਹੀਂ ਭੇਜੇਗਾ।